ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅੱਜ ਕੀਤਾ ਗਿਆ ਅੰਤਿਮ ਸੰਸਕਾਰ। ਸ਼ਰਧਾਂਜਲੀ ਦੇਣ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਦਿੱਗਜ ਨੇਤਾ ਪਹੁੰਚੇ। ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧੀਆਂ, ਕੋਰਟ ਨੇ ਕੀਤੀ ਜ਼ਮਾਨਤ ਅਰਜ਼ੀ ਖਾਰਜ। ਲੋਕ ਇਨਸਾਫ ਪਾਰਟੀ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਕੀਤਾ ਗਿਆ ਪੁਤਲਾ ਫੂਕ ਪ੍ਰਦਰਸ਼ਨ, ਧਰਮਸੋਤ ਦੀ ਬਰਖਾਸਤਗੀ ਦੀ ਕੀਤੀ ਮੰਗ। ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਦੇ ਨਿਊਜ਼ ਰੂਮ ਤੋਂ ਮੈਂ ਰਜਿੰਦਰ ਕੌਰ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕੱਲ ਯਾਨੀ ਕਿ ਸੋਮਵਾਰ ਦੇ ਦਿਨ ਦੇਹਾਂਤ ਹੋ ਗਿਆ। ਅੱਜ ਸ਼ਰਧਾਂਜਲੀਆਂ ਤੋਂ ਬਾਅਦ ਉਹਨਾਂ ਦਾ ਵਿਧੀ ਪੂਰਵਕ ਸੰਸਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਹੋਰ ਕਈ ਨੇਤਾ ਮੌਜੂਦ ਰਹੇ। ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਨੇ। ਸੁਮੇਧ ਸੈਣੀ ਵੱਲੋਂ ਦਾਇਰ ਕੀਤੀ ਗਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸੁਮੇਧ ਸੈਣੀ ਨੇ ਮੁਲਤਾਨੀ ਮਾਮਲੇ ਦੇ ਵਿੱਚ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਹੁਣ ਮੋਹਾਲੀ ਕੋਰਟ ਵੱਲੋਂ ਖਾਰਜ ਕਰ ਦਿੱਤਾ ਹੈ। ਅੱਜ ਐਕਚੁਅਲੀ ਬਹੁਤ ਵੱਡਾ ਰਿਲੀਫ ਮਿਲਿਆ ਕਿਉਂਕਿ ਸੁਮੇਧ ਸਿੰਘ ਸੈਣੀ ਦੀ ਜਿਹੜੀ ਅਸੀਂ ਕਸਟੋਡੀਅਲ ਇੰਟਰੋਗੇਸ਼ਨ ਦੇ ਲਈ ਪ੍ਰੈਸ ਕਰ ਰਹੇ ਸੀ ਕਿ SIT ਨੂੰ ਉਹਨੂੰ ਅਰੈਸਟ ਕਰਨਾ ਚਾਹੀਦਾ ਔਰ ਉਹਦੀ ਕਸਟਡੀ 'ਚ ਉਹਨੂੰ ਲੈ ਕੇ ਉਹਦੇ ਤੋਂ ਤਫਤੀਸ਼ ਕਰਨੀ ਚਾਹੀਦੀ ਹੈ। ਅੱਜ ਉਹਦੀ ਕੋਰਟ ਨੇ ਸਮਝੋ ਇੱਕ ਐਂਟੀਸਪੇਟਰੀ ਬੇਲ ਡਿਸਮਿਸ ਕਰਨ ਨਾਲ ਉਹ ਇਜਾਜ਼ਤ ਦਿੱਤੀ ਹੈ। ਐਕਚੁਅਲੀ ਕਿਹੜੇ ਆਰਗੂਮੈਂਟ ਉੱਥੇ ਰੱਖੇ ਗਏ ਸੀ ਜਿਹਨੂੰ ਸੁਣ ਕੇ ਜੱਜ ਸਾਹਿਬ ਨੇ ਇਹ ਫੈਸਲਾ ਲਿੱਤਾ? ਦੇਖੋ, ਸਾਡਾ ਤਾਂ ਮਤਲਬ ਕੰਪਲੇਨੈਂਟ ਸਾਈਡ ਤੋਂ ਮੈਂ ਤਾਂ ਇਹ ਸ਼ੋਅ ਕੀਤਾ ਸੀ ਕਿ ਸੁਮੇਧ ਸੈਣੀ ਹਮੇਸ਼ਾ ਜੁਡੀਸ਼ਰੀ ਨੂੰ ਇੰਟੀਮੀਡੇਟ ਕਰਦਾ ਆਇਆ ਹੈ। ਜਸਟਿਸ ਝਾਂਜੀ ਦੇ ਆਰਡਰਸ ਅਸੀਂ ਲਾਏ ਸੀ ਜਿਹਦੇ 'ਚ ਉਹਨੇ ਜੁਡੀਸ਼ਰੀ ਨੂੰ ਧਮਕਾਇਆ ਸੀ। ਜਸਟਿਸ ਤੀਰਥ ਸਿੰਘ ਠਾਕੁਰ ਦੀ ਇੰਟੀਮੀਡੇਸ਼ਨ ਵਾਲੀ ਇੰਡਾਈਟ ਕਰਨ ਵਾਲੀ ਸੈਣੀ ਦੀ ਲੈਟਰ ਲਾਈ ਸੀ ਜਿਹਦੇ 'ਚ ਸੈਣੀ ਦੇ ਅਗੇਂਸਟ ਹੈ ਜਿਹਦੇ 'ਚ ਉਹਨਾਂ ਨੇ ਇਹ ਲਿਖਿਆ ਹੈ ਕਿ ਸੁਮੇਧ ਸਿੰਘ ਸੈਣੀ ਨੇ ਕਿਸ ਤਰ੍ਹਾਂ ਜੱਜਸ ਦੇ ਲੀਗਲੀ ਫੋਨ ਟੈਪ ਕੀਤੇ। ਫਿਰ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਲਾਈ ਸੀ ਸੈਣੀ ਦੇ ਖਿਲਾਫ ਕਿ ਕਿਸ ਤਰ੍ਹਾਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਵੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਆਬਜ਼ਰਵ ਕੀਤਾ ਹੋਇਆ, ਉਹਦੇ ਵਿੱਚ ਇੱਕ ਰਿਪੋਰਟ ਦੇ ਵਿੱਚ ਮੈਂਸ਼ਨਡ ਹੈ। ਸੋ ਉਹ ਚੀਜ਼ਾਂ ਹਾਈਲਾਈਟ ਕਰਦੇ ਪਲੱਸ ਇਹ ਸ਼ੋਅ ਕੀਤਾ ਸੀ ਕਿ ਕਿਸ ਤਰ੍ਹਾਂ ਸੁਮੇਧ ਸੈਣੀ ਦੀ ਜੇ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਹੁੰਦੀ ਤੇ ਇਹ ਕੇਸ ਟੋਟਲੀ ਡੀਰੇਲ ਹੋ ਜਾਂਦਾ ਹੈ, ਕਿਉਂਕਿ ਉਹਦੀ ਇੰਟਰੋਗੇਸ਼ਨ ਤਾਂ ਜ਼ਰੂਰੀ ਸੀ ਕਿ ਜਿਹੜੀ ਬੋਡੀ ਡਿਸਪੋਜ਼ ਆਫ ਕਿਵੇਂ ਕੀਤੀ, ਕਿਹੜੇ ਲੋਕ ਇਨਵੋਲਵ ਸੀ ਕਰਨ ਦੇ ਵਿੱਚ ਔਰ ਕਿਹਨੇ ਕੀ ਰੋਲ ਪਲੇ ਕੀਤਾ, ਉਹ ਸਾਰੀਆਂ ਡਿਟੇਲਸ ਹੁਣ ਤਾਂ ਹੀ ਬਾਹਰ ਆਉਣਗੀਆਂ। ਉਹਦੇ ਲਈ ਇਹ ਸਾਰਾ ਕੁਝ ਜ਼ਰੂਰੀ ਸੀ। ਉਹ ਦਲੀਲਾਂ ਅਸੀਂ ਰੱਖੀਆਂ, ਫਿਰ ਇਹ ਦੱਸਿਆ ਕਿ ਕਿਸ ਤਰ੍ਹਾਂ ਇਹ ਆਲਰੇਡੀ ਜਿਹੜੀ ਬੇਲ ਇਹਨੂੰ ਮਿਲੀ ਹੋਈ ਹੈ ਉਹਨੂੰ ਇਹ ਮਿਸਯੂਜ਼ ਕਰ ਰਿਹਾ, ਘਰੋਂ ਭੱਜਿਆ ਹੋਇਆ ਡਿਸਪਾਈਟ ਦਾ ਫੈਕਟ ਕਿ ਕੰਡੀਸ਼ਨ ਲੱਗੀ ਸੀ ਕਿ ਘਰੋਂ ਨਹੀਂ ਭੱਜੂਗਾ, ਪਰ ਇਹ ਭੱਜਿਆ। ਉਸ ਚੀਜ਼ ਨੂੰ ਮਾਈਂਡ 'ਚ ਰੱਖਦੇ ਅਸੀਂ ਆਹ ਸਾਰੀਆਂ ਚੀਜ਼ਾਂ ਕੀਤੀਆਂ। ਸੋ ਕੋਰਟ ਨੇ ਅੱਜ ਸਾਡੀ ਦਲੀਲਾਂ ਮੰਨ ਕੇ ਮਤਲਬ ਇਹਦੀ ਐਂਟੀਸਪੇਟਰੀ ਬੇਲ ਅਗਰਿਮ ਜ਼ਮਾਨਤ ਜਿਹੜੀ ਸੀ ਉਹ ਖਾਰਿਜ ਕਰਤੀ ਹੈ। ਵਿਰਕ ਸਾਹਿਬ, 29 ਤਰੀਕ ਨੂੰ APS ਦੇਵਲ ਵੱਲੋਂ ਇੱਕ ਹੋਰ ਐਪਲੀਕੇਸ਼ਨ ਪਾਈ ਗਈ ਸੀ ਕਿ ਉਹਦੀ ਗ੍ਰਿਫਤਾਰੀ ਨਾ ਕੀਤੀ ਜਾਵੇ ਕਿਉਂਕਿ ਲਗਾਤਾਰ ਜੋ ਛਾਪੇਮਾਰੀ ਹੋ ਰਹੀ ਸੀ ਤੇ ਉਹ ਸਾਰੀ ਜੋ ਰਾਹਤ ਦਿੱਤੀ ਗਈ ਸੀ ਉਹਦੀ ਆਪਾਂ ਗੱਲ ਕਰੀਏ, ਇਹ ਵੀ ਅੱਜ ਖਤਮ ਹੋ ਚੁੱਕੀ ਹੈ। ਹਾਂਜੀ, ਉਹ ਖਤਮ ਹੋ ਗਈ ਹੁਣ ਕਿਉਂਕਿ ਮੇਨ ਬੇਲ ਦੇ ਵਿੱਚ ਹੀ ਆਰਡਰ ਸੀ ਨਾ। ਹੁਣ ਜਦੋਂ ਮੇਨ ਬੇਲ ਹੀ ਖਾਰਿਜ ਹੋ ਗਈ ਹੈ, ਸੋ ਨੈਚੁਰਲੀ ਸੁਮੇਧ ਸਿੰਘ ਸੈਣੀ ਦੀ ਹੁਣ ਅਰੈਸਟ ਹੋ ਸਕਦੀ ਹੈ, SIT ਉਹਨੂੰ ਅਰੈਸਟ ਕਰ ਸਕਦੀ ਹੈ ਔਰ ਜੋ ਕਰਨਾ ਵੀ ਚਾਹੀਦਾ ਇਹਨਾਂ ਨੂੰ। ਤੇ ਅੱਗੇ ਆਪਾਂ ਜਿਹੜੀ ਸੁਣਵਾਈ ਚੱਲੇਗੀ ਆਪਾਂ ਉਹਦੇ ਵਿੱਚ ਇਹ ਉਮੀਦ ਕਰਦੇ ਹਾਂ ਕਿ ਸੁਮੇਧ ਸੈਣੀ ਨੂੰ ਹਰ ਇੱਕ ਹੀਅਰਿੰਗ ਦੇ ਉੱਤੇ ਆਉਣਾ ਪਵੇਗਾ। ਨਹੀਂ, ਅਸੀਂ ਤਾਂ ਉਹ ਤੋਂ ਪਹਿਲਾਂ ਤਾਂ ਮੈਂ ਤਾਂ ਇਹ ਕਹਿਣਾ ਕਿ ਉਹਨੂੰ ਅਰੈਸਟ ਕਰਨਾ ਚਾਹੀਦਾ SIT ਨੂੰ, ਉਸ ਤੋਂ ਪਹਿਲਾਂ ਉਹ ਅਰੈਸਟ ਹੋਣਾ ਚਾਹੀਦਾ। ਦੂਜੀ ਗੱਲ, ਅਸੀਂ ਆਲਰੇਡੀ ਜਿਹੜੀ 364 ਸੈਕਸ਼ਨ ਜਾਂ 201 ਜਿਹੜੇ ਸੈਕਸ਼ਨਸ ਦੇ ਅੰਡਰ FIR ਰਜਿਸਟਰ ਹੋਈ ਹੈ, ਅਸੀਂ ਤਾਂ ਉਹਦੇ 'ਚ ਵੀ ਬੇਲ ਕੈਂਸਲੇਸ਼ਨ ਮੰਗ ਰਹੇ ਹਾਂ ਉਹਦੀ, ਕਿਉਂਕਿ ਉਹਨੇ ਕੰਡੀਸ਼ਨ ਵਾਇਲੇਟ ਕੀਤੀ ਹੈ। ਹੁਣ 302 'ਚ ਇੱਕ ਵਾਰੀ ਖਾਰਿਜ ਹੋਈ ਹੈ, ਸੋ ਮੇਰੇ ਖਿਆਲ ਨਾਲ ਤਾਂ ਹੁਣ SIT ਨੂੰ ਉਹਨੂੰ ਅਰੈਸਟ ਕਰਨਾ ਚਾਹੀਦਾ ਹੈ। ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਦਫ਼ਤਰ ਦੇ ਬਾਹਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ। ਦੱਸ ਦਈਏ ਕਿ ਉਹਨਾਂ ਵੱਲੋਂ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਤੇ ਨਾਲ ਹੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਦੀ ਮੰਗ ਵੀ ਕੀਤੀ ਗਈ। ਜੀ, ਸਾਧੂ ਸਿੰਘ ਧਰਮਸੋਤ ਜਿਹੜਾ ਕੈਪਟਨ ਸਰਕਾਰ ਦਾ ਮੰਤਰੀ, ਮੈਂ ਤਾਂ ਕਹਿੰਦਾ ਡਾਕੂ ਸਿੰਘ ਧਰਮਸੋਤ ਬਣ ਚੁੱਕਿਆ। ਇਹ ਦਲਿਤਾਂ ਦੇ ਹੱਕਾਂ ਤੇ ਡਾਕਾ ਮਾਰ ਰਿਹਾ, ਜਿਹਨੇ 64 ਕਰੋੜ ਰੁਪਏ ਜਿਹੜਾ ਸੈਂਟਰ ਗਵਰਨਮੈਂਟ ਦੇ ਵਜ਼ੀਫਿਆਂ ਨੂੰ ਆਇਆ, 303 ਕਰੋੜ ਦੇ ਵਿੱਚ 64 ਕਰੋੜ ਰੁਪਏ ਜਿਹੜਾ ਗਵਰਨ ਕੀਤਾ ਔਰ 39 ਕਰੋੜ ਇਹੋ ਜਿਹੇ ਆ ਜਿਹੜੇ ਪਤਾ ਹੀ ਨਹੀਂ, ਕੋਈ ਹਿਸਾਬ ਹੀ ਨਹੀਂ ਵੀ ਉਹ ਪੈਸਾ ਗਿਆ ਕਿੱਥੇ। 39 ਕਰੋੜ ਕੋਈ 39 ਰੁਪਏ ਨਹੀਂ ਸੀ, 39 ਲੱਖ ਨਹੀਂ ਸੀ, 39 ਕਰੋੜਾਂ ਰੁਪਏ ਗਵਰਨ ਕਰਕੇ ਕੈਪਟਨ ਦੀ ਸਰਕਾਰ ਦੇ ਮੰਤਰੀ ਔਰ ਕੈਪਟਨ ਸਾਹਿਬ ਨਾਲ ਰਲ ਕੇ ਜਿਹੜੇ ਦਲਿਤਾਂ ਦੇ ਹੱਕਾਂ ਤੇ ਡਾਕਾ ਇਹਨਾਂ ਨੇ ਮਾਰਿਆ, ਉਹ ਕਦੇ ਵੀ ਦਲਿਤ ਭਾਈਚਾਰਾ ਬਰਦਾਸ਼ਤ ਨਹੀਂ ਕਰੂਗਾ। ਅੱਜ ਸਾਡੀ ਸਮੁੱਚੀ ਟੀਮ, ਸਾਡੇ ਲੋਕ ਇਨਸਾਫ ਪਾਰਟੀ ਦੇ SC ਵਿੰਗ, ਸਾਰੇ ਵਿੰਗਾਂ ਨੇ ਅਸੀਂ ਅੱਜ ਇਕੱਠੇ ਹੋ ਕੇ ਸਾਰੇ ਲੀਡਰਸ ਪਹੁੰਚੇ ਹਾਂ, ਕੋਈ ਵਰਕਰ ਨਹੀਂ ਆਇਆ। ਅਸੀਂ ਇੱਕ ਪਿਆਰ ਨਾਲ ਜਾਬਤੇ 'ਚ ਰਹਿ ਕੇ ਅਸੀਂ ਮੰਗ ਕਰਨ ਆਏ ਹਾਂ CM ਸਾਹਿਬ ਤੋਂ ਵੀ CM ਸਾਹਿਬ ਜਲਦੀ ਤੋਂ ਜਲਦੀ ਇਹਨੂੰ ਬਰਖਾਸਤ ਕਰੋ, CBI ਤੋਂ ਇਹਦੀ ਇਨਕੁਆਇਰੀ ਕਰਾਈ ਜਾਵੇ। ਜੇ ਤੁਸੀਂ ਇਹਦੀ ਨਹੀਂ ਬਰਖਾਸਤ ਕਰਦੇ ਵੀ ਪੈਸਾ ਜਿਹੜਾ ਸਾਡੇ ਦਲਿਤਾਂ ਦੇ ਕਿੱਥੇ ਗਿਆ, ਉਹਦੀ ਜਾਂਚ ਨਹੀਂ ਹੁੰਦੀ, ਨਹੀਂ ਪਤਾ ਲੱਗਦਾ ਕਿੱਥੋਂ ਗਿਆ। ਫਿਰ 7 ਤਰੀਕ ਨੂੰ ਮੋਤੀ ਮਹਿਲ ਦਾ ਘਰਾਓ ਸਾਡੀ ਲੋਕ ਇਨਸਾਫ ਪਾਰਟੀ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਘਰਾਓ ਕਰਾਂਗੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਵੀ ਦਲਿਤ ਮੰਤਰੀ ਆ, ਡਾਕਟਰ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਜਿਨ੍ਹਾਂ ਨੇ ਸਾਨੂੰ ਹੱਕ ਦਿਵਾਏ ਦਲਿਤ ਭਾਈਚਾਰੇ ਨੂੰ, ਉਸ ਸਰਟੀਫਿਕੇਟ ਨੂੰ ਵਰਤ ਕੇ SC ਸਰਟੀਫਿਕੇਟ ਨੂੰ ਵਰਤ ਕੇ ਮੰਤਰੀ ਬਣੇ ਆ।
ਉੱਥੋਂ MLA ਬਣੇ ਆ ਔਰ ਉਹਨਾਂ ਦੇ ਹੱਕ ਮਾਰ ਰਹੇ ਜਿਨ੍ਹਾਂ ਨੇ ਇਸ ਇੰਨੀ ਐਡੀ ਵੱਡੀ ਪਦਵੀ ਤੇ ਬਿਠਾਇਆ। ਔਰ ਬੜੀ ਸ਼ਰਮ ਵਾਲੀ ਗੱਲ ਹੈ ਦਲਿਤ ਭਾਈਚਾਰੇ ਵਾਸਤੇ। ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿੱਥੇ ਜਿੱਥੇ ਧਰਮਸੋਤ ਮੰਤਰੀ ਜਾਊਗਾ, ਜਿੱਥੇ ਵੀ ਜਾਊਗਾ, ਜਿਹੜੇ ਏਰੀਆ ਜਾਊਗਾ, ਉੱਥੇ ਦਲਿਤ ਭਾਈਚਾਰਾ ਦਾ ਘਰਾਓ ਕਰੂਗਾ। ਕੱਲ ਲੋਕ ਇਨਸਾਫ ਪਾਰਟੀ ਨੇ ਇਹਦੇ ਘਰ ਦੇ ਬਾਹਰ ਘਰਾਓ ਕੀਤਾ, ਪੁਲਿਸ ਨੇ ਸਾਨੂੰ ਜਬਰੀ ਉੱਥੇ ਸਾਨੂੰ ਰੋਕਿਆ ਗਿਆ, ਪੁਲਿਸ ਵੱਲੋਂ ਧੱਕਾ ਮੁੱਕੀ ਸਾਡੇ ਵਰਕਰਾਂ ਨਾਲ ਕੀਤੀ, ਸਾਡੇ ਨਾਲ ਕੀਤੀ ਗਈ ਔਰ ਮੰਤਰੀ ਦਾ ਪੱਖ ਪੂਰਦੇ ਹੋਏ ਇਹਨਾਂ ਦਾ ਸਾਥ ਦੇ ਰਹੇ ਆ। ਅਸੀਂ ਦੱਸ ਦੇਣਾ ਚਾਹੁੰਦੇ ਵੀ ਅਸੀਂ ਡਰਨ ਵਾਲੇ ਨਹੀਂ। 7 ਤਰੀਕ ਨੂੰ, ਜੇ 7 ਤਰੀਕ ਤੋਂ ਪਹਿਲਾਂ ਨਹੀਂ ਬਰਖਾਸਤ ਕੀਤਾ, ਅਸੀਂ ਮੋਤੀ ਮਹਿਲ ਦਾ ਘਰਾਓ ਕਰਾਂਗੇ, ਵੱਡੇ ਪੱਧਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਜਾਵਾਂਗੇ। ਇੱਕ 309 ਕਰੋੜ ਰੁਪਏ ਨਾ ਆਪਣਾ ਹੋਰ ਆਇਆ ਪਿਆ ਜੀ ਮਾਰਚ ਮਹੀਨੇ ਦੀ ਜਿਹੜੀ ਕਿਸ਼ਤ ਆ, ਜਿਹੜੀ ਮਾਰਚ ਮਹੀਨੇ ਦੀ 309 ਕਰੋੜ ਰੁਪਏ ਦੀ ਕਿਸ਼ਤ ਆ, ਉਹ ਇਹਦੇ ਘਪਲੇ ਕਰਕੇ ਉਹ ਵੀ ਗਰੀਬ ਵਿਦਿਆਰਥੀਆਂ ਨੂੰ ਨਹੀਂ ਮਿਲ ਰਹੀ ਹੈਗੀ। ਇਹ ਹੋਰ ਵੱਡਾ ਜੀ ਨੁਕਸਾਨ ਆ ਦੇਖੋ ਵਿਦਿਆਰਥੀਆਂ ਦਾ। 309 ਕਰੋੜ ਰੁਪਇਆ ਮਾਰਚ ਦਾ ਆਇਆ ਪਿਆ ਵਾ, ਆਹ ਵਾਲੇ ਘਪਲੇ ਕਰਕੇ ਕੋਈ ਵੀ ਅਫਸਰ ਉਹਨੂੰ ਰਿਲੀਜ਼ ਨਹੀਂ ਕਰ ਰਿਹਾ। ਇਸ ਕਰਕੇ ਜਿਹੜੇ ਉਹ 309 ਕਰੋੜ ਰੁਪਇਆ ਗਰੀਬ ਵਿਦਿਆਰਥੀ ਨੂੰ ਵਜੀਫਾ ਮੇਨਟੇਨੈਂਸ ਫੰਡ ਮਿਲਣਾ ਸੀ, ਉਹ ਵੀ ਨਹੀਂ ਮਿਲ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਇਸ ਦੀ ਜਾਂਚ ਦੇ ਉੱਪਰ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਹੈ ਕਿ SGPC ਜਿਸ ਦੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਰਿਕਾਰਡ ਹੈ, ਆਖਿਰਕਾਰ ਉਸ ਦੇ ਰਿਕਾਰਡਾਂ ਦੇ ਵਿੱਚੋਂ ਇਹ ਸਾਰੇ ਸਰੂਪ ਲਾਪਤਾ ਕਿਵੇਂ ਹੋ ਸਕਦੇ ਨੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ 328 ਸਰੂਪ ਗਏ ਕਿੱਥੇ, ਉਹਨਾਂ ਦੀ ਡਿਸਟ੍ਰੀਬਿਊਸ਼ਨ ਕਿਸ ਵਿਅਕਤੀ ਨੂੰ ਕੀਤੀ ਗਈ ਹੈ, ਕਿਹਦੇ ਅਥਾਰਟੀ ਨਾਲ ਇਹ ਸਰੂਪ ਕਿਸ ਵਿਅਕਤੀ ਨੂੰ ਕਦੋਂ ਕਿੰਨੇ ਸਰੂਪ ਵੰਡੇ ਗਏ ਦਿੱਤੇ ਗਏ, ਇਹਦੇ ਬਾਰੇ ਕੌਮ ਨੂੰ ਕੁਝ ਨਹੀਂ ਦੱਸਿਆ ਗਿਆ। ਜਿੱਥੇ ਤੱਕ ਮੁਲਾਜ਼ਮਾਂ ਦਾ ਸਵਾਲ ਹੈ, ਮੈਂ ਸੋਚਦਾ ਕਿ ਜਿਹੜੇ ਕਰਮਚਾਰੀ ਨੇ ਕੁਝ ਮੁਅੱਤਲ ਕਰਤੇ ਗਏ, ਕੁਝ ਸਸਪੈਂਡ ਕਰਤੇ ਗਏ, ਕੁਝ ਜਿਹੜੇ ਸੀਗੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵੀ ਰਿਟਾਇਰਮੈਂਟ ਦੇ ਬਿਲਕੁਲ ਲਾਗੇ ਸੀਗੇ, ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟਸ ਰੋਕ ਲਏ ਗਏ। ਇਹ ਹੈਗੇ ਨੇ ਡਿਪਾਰਟਮੈਂਟਲ ਐਕਸ਼ਨਸ ਹੈਗੇ ਨੇ। ਹੋਰ ਇਹ ਡਿਪਾਰਟਮੈਂਟਲ ਐਕਸ਼ਨਸ ਜਿਹੜੇ ਨੇ, ਇਹ ਸਾਰਾ ਕੁਝ ਅਧੂਰਾ ਹੋਇਆ ਹੈ, ਇਹ ਕੰਪਲੀਟ ਨਹੀਂ ਹੈ। ਉਹਦਾ ਕਾਰਨ ਕੀ ਹੈਗਾ ਹੈ ਕਿ ਇਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਉਸ ਵੇਲੇ ਦੇ, ਜੇ ਹਰਚਰਨ ਸਿੰਘ ਨੂੰ ਮੁੱਖ ਸਕੱਤਰ ਨੂੰ ਸ਼ਾਮਿਲ ਕਰ ਰਹੇ ਹੋ ਕਿ ਉਹ ਦੋਸ਼ੀ ਹੈ, ਕਿ ਉਹਦੇ ਖਿਲਾਫ ਕਾਰਵਾਈ ਹੋਏਗੀ, ਤੇ ਉਸ ਵੇਲੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ? ਉਸ ਵੇਲੇ ਦੀ ਅੰਤਰਿਮ ਕਮੇਟੀ ਜਿਹੜੀ ਸੀਗੀ ਉਹ ਰਿਸਪੌਂਸੀਬਲ ਨਹੀਂ? ਜਿਹੜੀ ਮੌਜੂਦਾ ਪ੍ਰਧਾਨ ਹੈ ਤੇ ਮੌਜੂਦਾ ਅੰਤਰਿਮ ਕਮੇਟੀ ਹੈ, ਇਹ ਦੋਸ਼ੀ ਨਹੀਂ? 2016 ਦੇ ਵਿੱਚ ਜਿਸ ਵੇਲੇ ਇਹ ਅੱਗ ਲੱਗਦੀ ਹੈ ਤੇ ਜਿਸ ਵੇਲੇ ਜਿਹੜਾ ਸਾਲਾਂ ਦੇ ਵਿੱਚ ਇਹ ਡਿਸਕ੍ਰਿਪੈਂਸੀਜ਼ ਹੋਈਆਂ ਨੇ, ਤਾਂ ਉਹਨਾਂ ਸਾਲਾਂ ਦੇ ਵਿੱਚ ਜਿਹੜੇ ਪ੍ਰਧਾਨ ਸੀਗੇ ਤੇ ਇੰਟਰਿਮ ਕਮੇਟੀ ਮੈਂਬਰ ਸੀਗੇ, ਕੀ ਉਹ ਦੋਸ਼ੀ ਨਹੀਂ? ਜਿਹੜੇ ਪਿੱਛੇ ਸਿਆਸਤਦਾਨ ਬੈਠੇ ਨੇ, ਉਹ ਜਿਨ੍ਹਾਂ ਦੀ ਜੇਬ ਦੇ ਵਿੱਚੋਂ ਪ੍ਰਧਾਨ ਨਿਕਲਦਾ ਹੈ, ਜਿਨ੍ਹਾਂ ਦੀ ਜੇਬ ਦੇ ਵਿੱਚੋਂ ਜਥੇਦਾਰ ਨਿਕਲਦਾ ਹੈ, ਕਿ ਉਹ ਸਿਆਸਤਦਾਨ ਜਿਹੜੇ ਨੇ ਉਹ ਇਸ ਜਾਂਚ ਕਮੇਟੀ ਦੇ ਘੇਰੇ ਵਿੱਚ ਆਏ? ਸਵਾਲ ਹੈ ਨਹੀਂ, ਜਵਾਬ ਹੈਗਾ ਨਹੀਂ। ਕਿਉਂ ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ? ਹੋਇਆ ਕਿ ਜਿਹੜੇ ਇੰਪਲੋਇਜ਼ ਨੇ ਉਹਨਾਂ ਉੱਤੇ ਤੱਕ ਐਕਸ਼ਨ ਲੈ ਲਿਆ ਗਿਆ ਤੇ ਜਿਹੜੇ ਸਿਆਸਤਦਾਨ ਸੀਗੇ ਉਹਨਾਂ ਨੂੰ ਛੱਡਤਾ ਗਿਆ। ਸੋ ਇਹ ਜਾਂਚ ਆਪਣੇ ਆਪ ਦੇ ਵਿੱਚ ਇੱਕ ਅਧੂਰੀ ਜਾਂਚ ਹੈ, ਮੁਕੰਮਲ ਜਾਂਚ ਨਹੀਂ ਹੈਗੀ। ਕੌਮ ਅੱਜ ਸਵਾਲ ਕਰਦੀ ਹੈ ਇਹਨਾਂ ਨੂੰ ਕਿ ਬਈ 328 ਸਰੂਪ ਹੈ ਕਿੱਥੇ, ਉਹਨਾਂ ਦਾ ਲੇਖਾ ਜੋਖਾ ਕੀ ਹੈ, ਕਿੱਥੇ ਗਏ, ਕਿਹਨੂੰ ਦਿੱਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ, ਉਹਨਾਂ ਦੀ ਜ਼ਮੀਰ ਜਿਹੜੀ ਹੈ ਉਹ ਬਿਲਕੁਲ ਮਰ ਚੁੱਕੀ ਹੈ, ਕਿਉਂਕਿ ਉਹ ਇੱਕ ਪਰਿਵਾਰ ਦੇ ਗੁਲਾਮ ਬਣ ਚੁੱਕੇ ਨੇ। ਇਸ ਵੇਲੇ ਸਾਲ ਦੇ ਵਿੱਚ ਸਿਰਫ 2 ਵਾਰੀ ਇਜਲਾਸ ਹੁੰਦਾ ਹੈ, ਇੱਕ ਬਜਟ ਇਜਲਾਸ ਹੁੰਦਾ ਹੈ ਹਾਂਜੀ ਮਾਰਚ ਦੇ ਵਿੱਚ, ਫਰਵਰੀ ਦੇ ਵਿੱਚ, ਤੇ ਇੱਕ ਜਿਸਲੇ ਪ੍ਰਧਾਨ ਦੀ ਇਲੈਕਸ਼ਨ ਹੁੰਦੀ ਹੈ। ਉਹਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇਹਨਾਂ ਨੇ ਪੂਰੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਤੁਸੀਂ ਗੋਲਕਾਂ ਸਾਂਭੋ, ਜੋ ਮਰਜ਼ੀ ਕਰੋ, ਜਿਹੜਾ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਬਿਲਕੁਲ ਨਹੀਂ ਬੋਲਣਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਸਮੁੱਚੇ ਰੂਪ ਦੇ ਵਿੱਚ ਇਸ ਮਾਮਲੇ ਵਿੱਚ ਦੋਸ਼ੀ ਨੇ, ਸਾਇਲੈਂਟ ਨੇ। ਹੁਣ ਮੈਂ ਇੱਥੇ ਤੱਕ ਵੀ ਇਹ ਗੱਲ ਕਹਿਣ ਵਿੱਚ ਬੇਬਾਕ ਹੋ ਕਰਕੇ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ, ਜਾਂ ਜਿਹੜੇ ਬਾਕੀ ਤਖਤਾਂ ਤੋਂ ਤੇ ਜਥੇਦਾਰ ਨੇ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਗ੍ਰੰਥੀ ਸਿੰਘ ਬੈਠੇ ਨੇ, ਕਿ ਇਹਨਾਂ ਨੂੰ ਤਾਂ ਕੋਈ ਮੋਰਲ ਡਿਊਟੀ ਨਹੀਂ ਬਣਦੀ, ਇਹਨਾਂ ਦੀ ਕੋਈ ਧਾਰਮਿਕ ਡਿਊਟੀ ਨਹੀਂ ਬਣਦੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਉੱਤੇ ਵੀ ਨਹੀਂ ਬੋਲ ਰਹੇ? ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਡੀ ਉਹਨਾਂ ਦੀ ਲਾਇਲਟੀ ਜਿਹੜੀ ਹੈ ਉਹ ਗੁਰੂ ਦੇ ਪ੍ਰਤੀ ਘੱਟ ਹੈਗੀ ਹੈ ਤੇ ਬਾਦਲਾਂ ਦੇ ਪ੍ਰਤੀ ਜ਼ਿਆਦਾ ਹੈਗੀ ਹੈ। ਉਹ ਨਹੀਂ ਬੋਲ ਸਕਦੇ, ਇਹ ਸਭ ਗੁੰਗੇ ਹੋਏ ਬੈਠੇ ਨੇ।
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਬਾਕੀ ਪੰਥ ਸਾਰਾ ਬੋਲ ਰਿਹਾ ਹੈ ਕਿ 328 ਸਰੂਪ ਕਿੱਥੇ ਨੇ। ਸੋ ਪੰਥ ਨੂੰ ਇਨਸਾਫ ਨਹੀਂ ਮਿਲਿਆ। ਇਹ ਜਾਂਚ ਰਿਪੋਰਟ ਤੋਂ ਪੰਥ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿ 328 ਸਰੂਪ ਕਿੱਥੇ ਗਏ ਨੇ। ਬੇਸ਼ੱਕ ਕਰਮਚਾਰੀਆਂ ਦੇ ਖਿਲਾਫ ਐਕਸ਼ਨ ਹੋ ਗਿਆ ਹੁਣ, ਲੇਕਿਨ ਮੈਂ ਗੱਲ ਦੱਸ ਦਿਆਂ ਕਿ ਜਿੱਥੇ ਤੱਕ ਇੰਪਲੋਈ ਰਿਲੇਸ਼ਨਸ਼ਿਪ ਦਾ ਸਵਾਲ ਹੈ, ਜਿਹਨਾਂ ਲੋਕਾਂ ਨੂੰ ਨੌਕਰੀ ਚੋਂ ਡਿਸਮਿਸ ਕਰਤਾ ਗਿਆ ਹੈ, ਜਿਹਨਾਂ ਦੇ ਖਿਲਾਫ ਡਿਪਾਰਟਮੈਂਟਲ ਜਿਹੜੀਆਂ ਨੇ ਕਾਰਵਾਈ ਕੀਤੀ ਜਾਏਗੀ, ਜਿਸ ਲਈ ਉਹ ਬੰਦੇ ਕੋਰਟ ਵੀ ਜਾਣਗੇ ਨਾ, ਤੇ ਉਹਨਾਂ ਨੇ ਕੋਰਟ ਵਿੱਚ ਜਾ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੇ ਇੰਟਰਮ ਕਮੇਟੀ ਨੂੰ ਵੀ, ਅੰਤਰਿੰਗ ਕਮੇਟੀ ਨੂੰ ਵੀ ਤੇ ਜਥੇਦਾਰ ਅਕਾਲ ਤਖਤ ਨੂੰ ਉਹਨਾਂ ਨੇ ਪਾਰਟੀ ਬਣਾਉਣਾ ਹੈ। ਤੇ ਪ੍ਰੋਫੈਸਰ ਸਾਹਿਬ, ਇਹ ਤੁਹਾਡੀ ਗੱਲ ਠੀਕ ਹੈ, ਜਦੋਂ ਕੋਰਟ 'ਚ ਜਾਣਗੇ ਉਦੋਂ ਪਾਰਟੀ ਬਾਜੀ ਹੋਏਗੀ, ਪਰ ਸਵਾਲ ਫਿਰ ਉਹੀ ਖੜਾ ਹੋ ਜਾਂਦਾ ਹੈ ਜਿਹੜਾ ਕੋਈ ਕੌਮ, ਸਾਰੀ ਕੌਮ, ਸਮੂਹ ਕੌਮ ਹੈ ਜਾਣਨਾ ਚਾਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਜਿਹੜੇ ਸਰੂਪ ਕਿੱਥੇ ਨੇ, ਸਵਾਲ ਹੈ ਕਿੱਥੇ ਹੈ। ਹੁਣ ਇਹ ਫੈਸਲਾ ਹੋ ਗਿਆ ਸ਼੍ਰੋਮਣੀ ਕਮੇਟੀ ਦਾ, ਸ਼੍ਰੋਮਣੀ ਕਮੇਟੀ ਨੇ ਆਪਣੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਨੇ, ਜਿਹੜੇ ਦੋਸ਼ੀ ਕਰਮਚਾਰੀ ਸੀ ਉਹ ਸਸਪੈਂਡ ਕਰ ਦਿੱਤੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 3 ਮੈਂਬਰੀ ਜਾਂਚ ਕਮੇਟੀ ਲਈ ਬਣਾਈ ਗਈ ਸੀਗੀ। ਤੁਹਾਨੂੰ ਪਤਾ ਹੋਵੇਗਾ ਕਿ ਜਿਹੜੀ ਪਹਿਲੇ ਬਣਾਈ ਗਈ ਕਮੇਟੀ ਦੇ ਇੰਚਾਰਜ ਇੱਕ ਜੱਜ, ਰਿਟਾਇਰਡ ਜੱਜ ਸੀਗਾ, ਉਹਨਾਂ ਨੇ ਵੀ ਇਸ ਤੋਂ ਪੱਲਾ ਝਾੜ ਲਿਆ ਸੀਗਾ ਕਿ ਮੈਂ ਜਾਂਚ ਨਹੀਂ ਕਰ ਸਕਦੀ। ਉਸ ਤੋਂ ਬਾਅਦ ਈਸ਼ਵਰ ਸਿੰਘ ਨੂੰ ਪ੍ਰਮੁਖਤਾ ਦਿੱਤੀ ਗਈ, ਉਹਨਾਂ ਨੂੰ ਉਹ ਜਾਂਚ ਕਰਨਗੇ। 1000 ਪੰਨੇ ਦੀ ਆਪਣੀ ਰਿਪੋਰਟ ਈਸ਼ਵਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ। ਉਹ ਰਿਪੋਰਟ ਆਪਣੀ ਪੇਸ਼ ਕਰਦੇ ਨੇ, ਰਿਪੋਰਟ ਸੌਂਪਦੇ ਨੇ ਜਥੇਦਾਰ ਸਾਹਿਬ ਨੂੰ। ਉਸ ਤੋਂ ਬਾਅਦ 2 ਘੰਟਿਆਂ 'ਚ 3 ਘੰਟਿਆਂ ਦੇ ਵਿੱਚ ਜਥੇਦਾਰ ਫੈਸਲਾ ਲੈ ਲੈਂਦੇ ਨੇ ਕਿ ਇੰਨੇ ਸਰੂਪ ਗਾਇਬ ਹੋਏ ਨੇ, ਇੰਨੇ ਅੰਗਾਂ ਨਾਲ ਛੇੜਛਾੜ ਕਰਕੇ ਸਰੂਪ ਬਣਾਏ ਗਏ ਨੇ, ਕਿੱਥੇ ਗਏ ਨੇ, ਉਹ ਕਿੱਥੇ ਹੋ ਗਏ, ਕੌਣ ਦੋਸ਼ੀ ਹੈ, ਇਹ ਜਥੇਦਾਰ ਸਾਹਿਬ ਨੇ ਉਦੋਂ ਕਿਹਾ। ਕਿਆ ਹੁਣ ਜਥੇਦਾਰ ਹਵਾਰਾ ਕਮੇਟੀ ਕੀ ਸਵਾਲ ਨਹੀਂ ਕਰਦੀ ਹੈ ਕਿ ਜਥੇਦਾਰ ਸਾਹਿਬ ਨੇ ਸਸਪੈਂਡ ਤਾਂ ਕਰਤੇ ਪਰ ਇਹਦੀ ਮੰਗ ਨਹੀਂ ਕੀਤੀ ਜਾਂ ਇਹਦੇ ਬਾਰੇ ਘੋਖਣ ਦਾ ਵਿਚਾਰ ਕਰਨ ਦਾ ਫੈਸਲਾ ਨਹੀਂ ਲਿਆ ਕਿ ਉਹ ਸਵਰੂਪ, ਪਾਵਨ ਸਵਰੂਪ ਕਿੱਥੇ ਗਏ ਨੇ, ਕੌਣ ਲੈ ਕੇ ਗਿਆ ਸੀਗਾ, ਕਿਹਦੇ ਕੋਲ ਗਏ ਨੇ, ਕਿਹਦੇ ਰਾਹੀਂ ਗਏ ਨੇ। ਅਸੀਂ ਇਸ ਗੱਲ ਦੀ ਮੰਗ ਕਰ ਚੁੱਕੇ ਹਾਂ ਜਥੇਦਾਰ ਕੋਲੋਂ ਵੀ, ਤੇ ਅਸੀਂ ਇੱਕ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਦੋਸ਼ੀ ਸਮਝਦੇ ਹਾਂ। ਦਰਅਸਲ ਦੇ ਵਿੱਚ 328 ਸਰੂਪ ਦੇ ਬਾਰੇ ਇਹ ਜਾਂਚ ਕਮੇਟੀ ਦੀ ਰਿਪੋਰਟ ਜਿਹੜੀ ਹੈ ਬਿਲਕੁਲ ਸਾਇਲੈਂਟ ਹੈਗੀ ਹੈ। ਹੋਰ ਹੈਰਾਨਗੀ ਦੀ ਗੱਲ ਤਾਂ ਇਹ ਹੈਗੀ ਹੈ ਕਿ 1000 ਪੇਜਾਂ ਦੀ ਜਿਹੜੀ ਰਿਪੋਰਟ ਹੈ, ਉਹ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਵੀ ਉਹ ਡਿਸਕਸ ਨਹੀਂ ਹੋਈ। ਉਹ ਅੱਜ ਦੀ ਡੇਟ ਤੱਕ ਜਨਤਕ ਨਹੀਂ ਕੀਤੀ ਗਈ, ਜਦਕਿ ਅੱਜ ਦੇ ਸਮੇਂ ਦੇ ਦੌਰਾਨ PDF ਬੜਾ ਵਧੀਆ ਤਰੀਕਾ ਹੈਗਾ, ਵੈਬਸਾਈਟ ਬੜਾ ਵਧੀਆ ਤਰੀਕਾ ਹੈਗਾ ਕਿ ਸ਼੍ਰੋਮਣੀ ਕਮੇਟੀ ਆਪਣੀ ਵੈਬਸਾਈਟ 'ਤੇ ਪਾ ਦੇਵੇ, PDF ਬਣਾ ਕਰਕੇ ਲੋਕਾਂ ਤੱਕ ਦਿੱਤੀ ਜਾ ਸਕਦੀ ਹੈ। ਲੇਕਿਨ ਇਹਨਾਂ ਨੇ ਉਹ 1000 ਪੇਜਾਂ ਦੀ ਰਿਪੋਰਟ ਨੂੰ ਬਿਲਕੁਲ ਘੁੱਟ ਕੇ ਰੱਖਿਆ ਹੋਇਆ ਹੈ। ਹੋਰ ਇੱਕ ਗੱਲ ਬੜੀ ਕਲੀਅਰ ਕਰ ਦਈਏ ਕਿ ਅਸੀਂ 328 ਸਰੂਪਾਂ ਦਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ, ਕੌਮ ਨੂੰ ਇਨਸਾਫ ਨਹੀਂ ਮਿਲੇਗਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਇਸ ਮੁੱਦੇ ਨੂੰ ਬਕਾਇਦਾ ਸੰਗਤਾਂ ਦੇ ਵਿੱਚ ਲੈ ਕੇ ਜਾਵੇਗੀ। ਇਸ ਮੁੱਦੇ ਨੂੰ ਅਸੀਂ ਬਰਕਰਾਰ ਰੱਖਾਂਗੇ। ਲੁਧਿਆਣਾ ਵਿੱਚ ਬਰਥਡੇ ਪਾਰਟੀ ਮਨਾਉਣ ਤੋਂ ਬਾਅਦ ਲੜਕੀ ਨੂੰ ਉਸਦੇ ਘਰ ਛੱਡਣ ਜਾ ਰਹੇ ਨੌਜਵਾਨ ਨੇ ਲੜਕੀ ਉੱਪਰ ਗੋਲੀ ਚਲਾ ਦਿੱਤੀ। ਦਰਅਸਲ ਤੜਕੇ ਸਵੇਰੇ ਜਦੋਂ ਬਰਥਡੇ ਪਾਰਟੀ ਖਤਮ ਹੋਣ ਤੋਂ ਬਾਅਦ ਉਹ ਉਸ ਨੂੰ ਉਸਦੇ ਘਰ ਛੱਡਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਨੇ ਉਸਦਾ ਪਰਸ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਰੋਧ ਕਰਨ ਤੇ ਉਕਤ ਨੌਜਵਾਨ ਨੇ ਲੜਕੀ ਉੱਪਰ ਗੋਲੀ ਚਲਾ ਦਿੱਤੀ। ਤੰਜ਼ਾਨੀਆ ਦੀ ਸਿਟੀਜ਼ਨ ਨੇ ਜੋ LPU ਸਟੱਡੀ ਕਰਦੇ ਆ ਫॉर ਦਾ ਟਾਈਮਿੰਗ, ਉਹ ਇੱਥੇ ਆਪਣੀ ਸਿਸਟਰ ਕੋਲ ਆਏ ਸੀ। ਤੋਂ ਆਪਦੀ ਕਿਸੇ ਅੱਗੇ ਫਰੈਂਡ ਦੇ ਥਰੂ ਇੱਕ ਲੜਕੇ ਨੂੰ ਮਿਲੇ ਸੀ ਜਿਨ੍ਹਾਂ ਦਾ ਉਹ ਨਾਮ ਪਤਾ ਨਹੀਂ ਦੱਸ ਪਾਏ, ਜਸ ਆਪਾਂ ਨੂੰ ਕੰਟੈਕਟ ਨੰਬਰ ਦੇ ਪਾਏ ਆ। ਸੋ ਉਹਨਾਂ ਦਾ ਲੜਕੇ ਦਾ ਬਰਥਡੇ ਸੀ ਤਾਂ ਉਹ ਬਰਥਡੇ ਸੈਲੀਬ੍ਰੇਟ ਕਰਨ ਤੋਂ ਬਾਅਦ ਜਦੋਂ 4 ਵਜੇ ਉਹਨਾਂ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਤਾਂ ਰਸਤੇ 'ਚ ਇੰਸੀਡੈਂਟ ਵਾਪਰਿਆ ਜੀ। ਕਿੰਨੇ ਵਜੇ 4 ਵਜੇ? ਇਹ ਜੀ ਅਰਾਊਂਡ 4 ਵਜੇ ਸਵੇਰ ਦਾ ਇੰਸੀਡੈਂਟ ਦੱਸਿਆ ਜਾ ਰਿਹਾ ਹੈ। ਸਾਡੇ ਕੋਲ ਇੰਟੀਮੇਸ਼ਨ ਅਰਾਊਂਡ 9 ਦੇ ਆਈ ਹੈ। ਸੋ ਉਸ ਤੋਂ ਬਾਅਦ ਉਹ ਆਪਣੀ ਫੈਮਿਲੀ ਦੇ ਥਰੂ ਹਸਪੀਟਲ ਚੱਲ ਗਏ ਤਾਂ ਉਹ ਡਿਸਚਾਰਜ ਹੋ ਕੇ ਸਾਡੇ ਕੋਲ ਆਏ। ਸਰ ਇਨਸੀਡੈਂਟ ਕੀ ਹੋਇਆ? ਬਰਥਡੇ ਕਿੱਥੇ ਸੈਲੀਬ੍ਰੇਟ ਕੀਤਾ ਗਿਆ ਤੇ ਕਿੱਥੋਂ ਦੀ ਕੌਣ ਛੱਡਣ ਆ ਰਿਹਾ ਸੀਗਾ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਬਰਥਡੇ ਤੇ ਸੀ? ਐਕਚੁਅਲੀ ਬਰਥਡੇ ਸੈਲੀਬ੍ਰੇਟ ਲੜਕਾ ਲੜਕੀ ਇਕੱਲੇ ਹੀ ਕਰ ਰਹੇ ਸੀਗੇ। ਸੋ ਉਹਨਾਂ ਨੇ ਏਰੀਆ 'ਚ ਹੀ ਆਪਣੇ ਲੁਧਿਆਣੇ 'ਚ ਹੀ ਮਤਲਬ ਕਿ ਬਾਈਕ ਤੇ ਘੁੰਮ ਫਿਰ ਕੇ ਸੈਲੀਬ੍ਰੇਟ ਕੀਤਾ ਤੇ 4 ਵਜੇ ਦੇ ਕਰੀਬ ਜਦੋਂ ਉਹਨੂੰ ਵਾਪਸ ਛੱਡਣ ਜਾ ਰਿਹਾ ਸੀ ਉਦੋਂ ਉਹਨੇ ਮਤਲਬ ਕਿ ਆਪਣਾ ਨਵਦੁਰਗਾ ਮਾਤਾ ਮੰਦਿਰ ਕੋਲ ਗਵਰਨਮੈਂਟ ਸਕੂਲ ਦੇ ਕੋਲ ਬਾਈਕ ਰੋਕ ਲਈ, ਜਿੱਥੇ ਉਹ ਉਤਰੇ ਤੇ ਉਹਨੇ ਉਹਦੇ ਪੈਸੇ ਤੇ ਵਾਚ ਤੇ ਫੋਨ ਦੀ ਮੰਗ ਕੀਤੀ। ਕੈਸ਼ ਲੜਕੀ ਨੇ 9000 ਉਹ ਲੈ ਗਿਆ। ਫੋਨ ਤੇ ਵਾਚ ਦੇਣ ਤੋਂ ਜਦੋਂ ਲੜਕੀ ਨੇ ਰਜਿਸਟ ਕੀਤਾ ਉਦੋਂ ਉਹਨੇ ਉਹਦੇ ਪੈਰ 'ਚ ਗੋਲੀ ਮਾਰੀ।
ਤੇ ਗੋਲੀ ਕਿੱਥੇ ਲੱਗੀ ਗੋਲੀ ਉਹਦੀ ਲੈਫਟ ਲੈਗ ਤੇ ਲੱਗੀ ਹੈ ਜੀ ਗੋਲੀ। ਤੇ ਲੜਕੀ ਹੁਣ ਕਿੱਥੇ ਦਾਖਲ ਹੈ ਕੀ ਲੜਕੀ ਐਕਚੁਅਲੀ ਟ੍ਰੀਟਮੈਂਟ ਦਾ ਗੁਰਦੇਵ ਹਸਪੀਟਲ ਤੇ ESI ਤੋਂ ਹੋ ਚੁੱਕਿਆ ਸੀ। ਲੜਕੀ ਸਟੇਬਲ ਹੈ, ਉਹ ਡਿਸਚਾਰਜਡ ਹੈ। ਤੇ ਇਹ ਲੜਕਾ ਲੜਕੀ ਪਹਿਲਾਂ ਤਾਂ ਕਦੋਂ ਤੋਂ ਜਾਣਦੇ ਸੀਗੇ ਪਹਿਲਾਂ? ਇਹ ਐਕਚੁਅਲੀ ਕੱਲ ਫਸਟ ਟਾਈਮ ਹੀ ਮਿਲੇ ਸੀ। ਲੜਕੀ ਆਪਣੀ ਇੱਕ ਫਰੈਂਡ ਦੇ ਥਰੂ ਉਹਨੂੰ ਮਿਲੀ ਸੀ, ਪਹਿਲਾਂ ਨਹੀਂ ਸੀ ਜਾਣਦੇ ਉਹਨੂੰ। ਤੇ ਲੜਕੇ ਦੇ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਐਕਚੁਅਲੀ ਆਪਾਂ ਨੂੰ ਕੋਲ ਇੱਕ ਕੰਟੈਕਟ ਨੰਬਰ ਮਿਲਿਆ ਜੀ, ਉਹਦੇ ਥਰੂ ਆਪਾਂ ਲੜਕੇ ਨੂੰ ਟਰੇਸ ਕਰ ਰਹੇ ਹਾਂ। ਬਾਕੀ ਆਪਾਂ ਉਹ ਲੜਕੇ ਤੇ ਅਨਨੋਨ ਵਿਅਕਤੀ ਤੇ FIR ਲੌਜ ਕਰਤੀ ਹੈ ਜੀ 307 397 ਤੇ 25 ਆਰਮਸ ਐਕਟ ਦੇ ਥਰੂ। ਜਲੰਧਰ ਵਿੱਚ ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੀ ਲੜਕੀ ਨੂੰ ਬਹਾਦਰੀ ਅਵਾਰਡ ਦੇ ਲਈ ਨਾਮਜ਼ਦ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਦੀ ਜਾਣਕਾਰੀ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਦਿੱਤੀ ਗਈ ਹੈ। ਪਿਛਲੇ ਦਿਨਾਂ ਦੌਰਾਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਲੜਕੀ ਵੱਲੋਂ ਬੜੀ ਬਹਾਦਰੀ ਦੇ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ ਸੀ, ਜਿਸ ਦੌਰਾਨ ਉਸ ਦਾ ਗੁੱਟ ਵੀ ਕੱਟਿਆ ਗਿਆ ਸੀ। ਕੱਲ ਸ਼ਾਮ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਲੜਕੀ ਕੁਸਮ ਨਾਮ ਦੀ ਜਿਹੜੀ ਹੈ ਉਹ ਦੀਨ ਦਿਆਲ ਉਪਾਧਿਆ ਨਗਰ ਡਿਵੀਜ਼ਨ ਨੰਬਰ 2 ਦੇ ਏਰੀਏ ਦੇ ਵਿੱਚ ਉਹਦਾ ਮੋਬਾਈਲ ਸਨੈਚ ਕੀਤਾ ਸੀ। 2 ਸਨੈਚਰਸ ਨੇ ਜਿਹੜੇ ਕਿ ਮੋਟਰਸਾਈਕਲ ਤੇ ਸੀਗੇ ਯੰਗਸਟਰਸ। ਤਾਂ ਉਸ ਤੋਂ ਬਾਅਦ ਲੜਕੀ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਪਿੱਛਾ ਕੀਤਾ ਤੇ ਉਹ ਇੱਕ ਜਿਹੜਾ ਪਿਲੀਅਨ ਦੇ ਵਿੱਚ ਪਿੱਛੇ ਬੈਠਾ ਸੀਗਾ ਸਨੈਚਰ, ਉਹਨੂੰ ਕਾਬੂ ਕਰ ਲਿਆ। ਲੋਕ ਉੱਥੇ ਇਕੱਠੇ ਹੋ ਗਏ ਤੇ ਉਹਨਾਂ ਨੇ ਉਹ ਸਨੈਚਰ ਜਿਹੜਾ ਉਹਨੂੰ ਕਾਬੂ ਕਰ ਲਿਆ। ਉਹਦੇ 'ਚ ਲੜਕੀ ਦਾ ਬੜਾ ਬਹਾਦਰੀ ਵਾਲਾ ਕੰਮ ਰਿਹਾ ਕਿ ਉਹਨੇ ਡਿਸਪਾਈਟ ਇਹਦੇ ਕਿ ਉਹ ਬੜੀ ਰੈਜ਼ਿਸਟੈਂਸ ਕਰ ਰਹੇ ਸੀ ਅੱਗੇ ਉਹ ਸਨੈਚਰ, ਔਰ ਅਨਫੋਰਚੂਨੇਟਲੀ ਇੱਕ ਜਿਹੜਾ ਪਿਲੀਅਨ ਰਾਈਡਰ ਸੀ ਜਦੋਂ ਫੜਿਆ ਗਿਆ ਉਹਨੇ ਦਾਤ ਦੇ ਨਾਲ ਉਹਦੇ ਉੱਤੇ ਵਾਰ ਵੀ ਕੀਤਾ, ਜਿਹੜੀ ਕਿ ਉਹਦੇ ਕਲਾਈ ਦੇ ਉੱਤੇ ਲੱਗਿਆ, ਰਿਸਟ ਦੇ ਉੱਤੇ ਕਾਫੀ ਇੰਜਰੀ ਆਈ ਸੀਗੀ। ਮੈਨੂੰ ਉੱਥੋਂ ਲੋਕਾਂ ਦਾ ਇਮੀਡੀਏਟਲੀ ਮੈਨੂੰ ਫੋਨ ਕੀਤਾ ਉਹਨਾਂ ਨੇ, ਔਰ ਉਦੋਂ ਹੀ ਮੈਂ ਪੁਲਿਸ ਪਾਰਟੀ ਆਪਣੀ PCR ਤੇ ਜਿਹੜੀ ਹੈ SHO ਨੂੰ ਉੱਥੇ ਭੇਜਿਆ, ਕਿਉਂਕਿ ਲੜਕੀ ਦੀ ਇੰਜਰੀ ਸੀਗੀ। ਇਸ ਕਰਕੇ ਹੈ ਉਹ ਮਾਈਗ੍ਰੈਂਟ ਪਰਿਵਾਰ ਹੈ, ਲੇਬਰ ਦਾ ਕੰਮ ਕਰਦੇ ਆ ਸਾਧੂ ਰਾਮ ਜੀ ਉਹਨਾਂ ਦੇ ਫਾਦਰ। ਇਹ ਕੁਸਮ ਵੀ ਆਪ ਲੜਕੀ ਉੱਥੇ ਜਿਹੜੀ ਹੈ ਟਿਊਸ਼ਨ ਪੜ੍ਹਨ ਆਈ ਸੀਗੀ, 8ਵੀਂ ਕਲਾਸ 'ਚ ਪੜ੍ਹਦੀ ਹੈ, ਤਕਰੀਬਨ 15-16 ਸਾਲ ਦੀ ਉਮਰ ਹੈ ਇਹਦੀ। ਤੋਂ ਅਸੀਂ ਸਭ ਤੋਂ ਪਹਿਲਾਂ ਉਹਦੀ ਹੈਲਥ ਨੂੰ ਦੇਖਦੇ ਹੋਏ ਜੋਸ਼ੀ ਹਸਪੀਟਲ ਉਹਨੂੰ ਲੈ ਕੇ ਗਈ ਸੀ ਪੁਲਿਸ, ਔਰ ਉੱਥੇ ਡਾਕਟਰਾਂ ਨਾਲ ਗੱਲ ਕਰਕੇ, ਕਿਉਂਕਿ ਉਹ ਇੰਨਾ ਅਫੋਰਡ ਨਹੀਂ ਸੀ ਕਰ ਸਕਦੀ ਫੈਮਿਲੀ, ਉਹਨਾਂ ਦਾ ਇਲਾਜ ਕਰਾਇਆ ਗਿਆ। ਔਰ ਅੱਜ ਵੀ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ, ਡਾਕਟਰ ਜੋਸ਼ੀ ਨਾਲ, ਬਹੁਤ ਅੱਛਾ ਉਹਨਾਂ ਦਾ ਟ੍ਰੀਟਮੈਂਟ ਹੋ ਗਿਆ, ਲੜਕੀ ਬਿਲਕੁਲ ਠੀਕ ਹੈ। ਔਰ ਜੋ ਇੰਜਰੀ ਹੋਈ ਸੀਗੀ ਥੋੜੀ ਡੀਪ ਸੀਗੀ, ਕੁਝ ਵੇਨਸ ਵਗੈਰਾ ਉੱਤੇ ਨਰਵਸ ਦੇ ਉੱਤੇ ਵੀ ਇਫੈਕਟ ਆਇਆ ਸੀ, ਉਹ ਸਾਰਾ ਉਹਨਾਂ ਨੇ ਰਿਪੇਅਰ ਕਰ ਦਿੱਤਾ ਔਰ ਲੜਕੀ ਬਿਲਕੁਲ ਠੀਕ ਠਾਕ ਹੈ। ਜਿਹੜਾ ਮੁਲਜ਼ਮ ਸੀ, ਜਿਹੜਾ ਸਨੈਚਰ ਫੜਿਆ ਗਿਆ ਮੌਕੇ ਤੋਂ, ਉਹ ਸੀਗਾ ਅਵਿਨਾਸ਼ ਏਲੀਅਸ ਆਸ਼ੂ। ਇਹ ਬੇਗਮਪੁਰਾ ਮੁਹੱਲਾ ਜਿਹੜਾ ਦਾਨਿਸ਼ਮੰਦਾ ਬਸਤੀ ਦਾ ਡਿਵੀਜ਼ਨ ਨੰਬਰ 5 ਦਾ ਰਹਿਣ ਵਾਲਾ, ਔਰ ਇਹ ਤੇ ਪਹਿਲਾਂ ਵੀ ਜਿਹੜੇ 7 ਮੁਕੱਦਮੇ ਜਿਹੜੇ ਆ ਸਨੈਚਿੰਗ ਦੇ ਚੱਲਦੇ ਆ, ਔਰ ਉਹ ਕੋਵਿਡ ਦੇ ਦੌਰਾਨ ਜਿਹੜੇ ਰਿਲੀਜ਼ ਹੋਏ ਸੀਗੇ ਕੁਛ ਜਿਹੜੇ ਕ੍ਰਿਮੀਨਲਸ ਪੈਰੋਲ ਵਗੈਰਾ ਤੇ ਆਏ ਔਰ ਛੱਡੇ ਗਏ ਸੀ, ਉਹਦੇ ਵਿੱਚ ਇਹ ਬਾਹਰ ਆਇਆ ਸੀ ਔਰ ਆ ਕੇ ਨੇ ਇਹ ਵਾਰਦਾਤ ਕੀਤੀ। ਇਹਦੇ ਨਾਲ ਦਾ ਜਿਹੜਾ ਸਾਥੀ ਉਹ ਵੀ ਆਇਡੈਂਟੀਫਾਈ ਹੋਇਆ, ਉਹਦਾ ਨਾਮ ਹੈਗਾ ਵਿਨੋਦ ਕੁਮਾਰ ਏਲੀਅਸ ਕਿੱਕਾ, ਔਰ ਇਹ ਰੇਲਵੇ ਕੁਆਟਰਸ ਦਾ ਰਹਿਣ ਵਾਲਾ ਸੀਗਾ। ਪਰ ਪਿੱਛੇ ਜੇ ਇਹਦੇ ਫਾਦਰ ਕਿਉਂਕਿ ਰੇਲਵੇ ਦੇ ਵਿੱਚ ਸੀਗੇ, ਉਹ ਰਿਟਾਇਰ, ਉਹਨਾਂ ਦੀ ਡੈਥ ਹੋ ਗਈ ਸੀਗੀ, ਉਹ ਇਸ ਕਰਕੇ ਇਹਨਾਂ ਤੋਂ ਕੁਆਟਰ ਵਗੈਰਾ ਖਾਲੀ ਕਰਵਾ ਲਿਆ। ਉਹਨੂੰ ਤੇ ਉਹਦਾ ਜਿਹੜਾ ਮੋਟਰਸਾਈਕਲ ਵੀ ਜਿਹੜਾ ਯੂਜ਼ ਹੋਇਆ ਉਹ ਵੀ ਇਹਦਾ ਹੀ ਸੀਗਾ, ਵਿਨੋਦ ਕੁਮਾਰ ਏਲੀਅਸ ਕਿੱਕਾ। ਸਾਡਾ CIA ਸਟਾਫ ਔਰ ਸਾਰੀ ਪੁਲਿਸ ਜਿਹੜੀ ਸੀਨੀਅਰ ਅਫਸਰਸ ਅਸੀਂ ਇਸ ਗੱਲ ਤੇ ਲੱਗੇ, ਬੜੀ ਜਲਦੀ ਉਹਨੂੰ ਵੀ ਫੜਿਆ ਜਾਏਗਾ। ਇਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਡਿਵੀਜ਼ਨ ਨੰਬਰ 2 ਦੇ ਵਿੱਚ 116 ਨੰਬਰ FIR ਹੈ ਅੰਡਰ ਸੈਕਸ਼ਨ 307 ਔਰ 379B IPC ਦਾ, ਔਰ ਇਮੀਡੀਏਟਲੀ ਜਿਹੜਾ ਇਹਦਾ ਜਲਦੀ ਤੋਂ ਜਲਦੀ ਇਨਵੈਸਟੀਗੇਸ਼ਨ ਅਸੀਂ ਕੰਪਲੀਟ ਕਰਕੇ ਜਿੰਨੀ ਵੀ ਐਵੀਡੈਂਸ ਸਾਡੇ ਕੋਲ ਆਈ ਹੈ, ਵੀਡੀਓਜ਼ ਵੀ ਹੈਗੀਆਂ, ਹੋਰ ਵੀ ਹੈਗੀ, ਤਾਂ ਅਸੀਂ ਜਿਹੜਾ ਫਾਈਨਲ ਰਿਪੋਰਟ ਚਲਾਨ ਜਿਹੜਾ ਉਹ ਪੇਸ਼ ਕੀਤਾ ਜਾਏਗਾ। ਔਰ ਬੱਚੀ ਦੇ ਇਸ ਐਕਟ ਦੇ ਵਿੱਚ ਡੈਫੀਨੇਟਲੀ ਉਹਨੂੰ ਜਿਹੜੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜੋ ਅਵਾਰਡਸ ਨੇ ਬਰੇਵਰੀ ਦੇ, ਬਹਾਦਰੀ ਦੇ, ਉਹਨਾਂ ਵਾਸਤੇ ਰਿਕਮੈਂਡ ਕੀਤਾ ਜਾਏਗਾ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਹੋਰ ਨਵੀਆਂ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ TV ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।